ਸਿੱਖ ਕੌਮ ਦੇ ਵਾਰਸੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਕਾਫੀ ਸਮੇਂ ਤੋਂ ਦਾਸ ਨੇ ਆਪਣੇ ਆਪ ਨੂੰ ਸਿਰਫ ਗੁਰਮਤਿ ਪ੍ਰਚਾਰ ਦੇ ਖੇਤਰ ਤੱਕ ਸੀਮਿਤ ਕੀਤਾ ਹੋਇਆ ਸੀ। ਇਸ ਕਰਕੇ ਬਹੁਤ ਲੰਬੇ ਸਮੇਂ ਤੋਂ ਆਪ ਜੀ ਨਾਲ ਕੋਈ ਪੰਥਕ ਵਿਚਾਰਾਂ ਜਾਂ ਸਮਾਜਿਕ ਰਾਜਨੀਤਿਕ ਵਿਚਾਰਾਂ ਸਾਂਝੀਆਂ ਨਹੀਂ ਹੋਈਆਂ। ਇਸ ਮਹੀਨੇ ਦੇ ਵਿੱਚ ਪਿਛਲੇ ਕੁਝ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕੁਝ ਐਸੀਆਂ ਰਾਜਨੀਤਿਕ ਤਬਦੀਲੀਆਂ ਹੋਈਆਂ ਨੇ ਜਿਸ ਤੋਂ ਪੰਜਾਬ ਦਾ ਹਰ ਮਨੁੱਖ ਪ੍ਰਭਾਵਿਤ ਹੋਵੇਗਾ। ਉਹ ਚੰਗਾ ਹੋਵੇਗਾ ਜਾਂ ਮਾੜਾ ਹੋਵੇਗਾ, ਉਹਦੀ ਮੈਂ ਗੱਲ ਅੱਜ ਨਹੀਂ ਕਰਨ ਲੱਗਾ, ਅੱਗੋਂ ਉਹ ਵੀ ਕਰਾਂਗਾ। ਲੇਕਿਨ ਪ੍ਰਭਾਵਿਤ ਹਰ ਕੋਈ ਹੋਵੇਗਾ। ਔਰ ਸਿੱਖ ਕੌਮ ਦੀ ਕਿਉਂਕਿ ਘਰ ਪੰਜਾਬ ਹੈ, ਹਾਲਾਂਕਿ ਸਾਰੀ ਦੁਨੀਆ ਦੇ ਵਿੱਚ ਬੈਠਾ ਹੋਇਆ ਸਿੱਖ ਜਿਹੜਾ ਉਹ ਇਸ ਵੱਡੇ ਪਰਿਵਾਰ ਦਾ ਇੱਕ ਮੈਂਬਰ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਉਹ ਵੀ ਜਿੱਥੇ ਵੀ ਬੈਠੇ ਨੇ ਇਸ ਘਰ ਨਾਲ ਜੁੜੇ ਹੋਏ ਨੇ ਅਤੇ ਸਿੱਖ ਕੌਮ ਦੇ ਉੱਤੇ ਇਹਦਾ ਪ੍ਰਭਾਵ ਪੈਣਾ ਲਾਜ਼ਮੀ ਹੈ, ਉਸ ਤੋਂ ਬਚਿਆ ਨਹੀਂ ਜਾ ਸਕਦਾ। ਅੱਜ ਸ਼ਾਇਦ ਪਹਿਲੀ ਵਾਰੀ ਹੈ ਕਿ ਮੈਂ ਖਾਲਸਾ ਪੰਥ ਨੂੰ ਸੰਬੋਧਨ ਕਰਨ ਦੀ ਬਜਾਏ ਸਿੱਖ ਕੌਮ ਦੇ ਵਾਰਸਾਂ ਨੂੰ ਸੰਬੋਧਨ ਕਰ ਰਿਹਾ। ਬੜਾ ਭਾਰੀ ਸੀ ਮੇਰੇ ਵਾਸਤੇ ਫੈਸਲਾ, ਪਰ ਮੈਨੂੰ ਬਾਰ-ਬਾਰ ਇਹ ਖਿਆਲ ਆ ਰਿਹਾ ਸੀ ਜੇ ਮੈਂ ਖਾਲਸਾ ਪੰਥ ਨੂੰ ਸੰਬੋਧਿਤ ਕਰਾਂ ਤੇ ਕਿਹੜੇ ਖਾਲਸਾ ਪੰਥ ਨੂੰ ਸੰਬੋਧਿਤ ਕਰ ਰਿਹਾ ਹੋਵਾਂਗਾ ਤੇ ਕਿੰਨਿਆਂ ਨੂੰ ਕਰ ਰਿਹਾ ਹੋਵਾਂਗਾ। ਇਹ ਹਾਲਾਤ ਕਿਵੇਂ ਬਣ ਗਏ, ਇੱਥੇ ਤੱਕ ਕਿਵੇਂ ਪਹੁੰਚ ਗਏ ਕਿ ਅੱਜ ਇਹ ਸੋਚਣਾ ਵੀ ਪੈ ਰਿਹਾ। ਹਾਂ ਠੀਕ ਹੈ, ਅਸੀਂ ਸਾਰੇ ਹੀ ਬੁਲਾਈ ਜਾਂਦੇ ਹਾਂ, ਜਿਨ੍ਹਾਂ ਨੇ ਖਾਲਸੇ ਦਾ ਸ਼ਾਇਦ ਅਰਥ ਹੀ ਨਾ ਪਤਾ ਹੋਵੇ ਉਹ ਵੀ ਕਰੀ ਜਾਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਖਾਲਸਾ ਕਿੱਥੇ ਹੈ ਵਾਹਿਗੁਰੂ ਦਾ, ਅਤੇ ਵਾਹਿਗੁਰੂ ਨੂੰ ਸਮਰਪਿਤ ਉਹ ਫਤਿਹ ਕਿੱਥੇ ਹੈ, ਇਹਦੇ ਬਾਰੇ ਸਾਨੂੰ ਸਾਰਿਆਂ ਨੂੰ ਵਿਚਾਰਨ ਦੀ ਲੋੜ ਹੈ। ਮੈਂ ਆਪਣੇ ਅੱਜ ਦੇ ਮੇਨ ਮੁੱਦੇ 'ਤੇ ਆਵਾਂ। ਜੋ ਰਾਜਨੀਤਿਕ ਤਬਦੀਲੀ ਹੋਈ, ਇੱਕ ਤਾਂ ਹੋਈ ਕਿ ਰਵਾਇਤੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਸੀ, ਰਾਜਨੀਤਿਕ ਪਾਰਟੀਆਂ ਸੀ, ਭਾਵੇਂ ਉਹ ਕਾਂਗਰਸ ਸੀ, ਭਾਵੇਂ ਭਾਰਤੀ ਜਨਤਾ ਪਾਰਟੀ ਅਤੇ ਭਾਵੇਂ ਅਕਾਲੀ ਦਲ, ਕਿਉਂਕਿ ਅੱਜ ਕੱਲ੍ਹ ਉਹ ਅਲੱਗ ਹੋ ਕੇ ਉਹਨਾਂ ਨੇ ਇਲੈਕਸ਼ਨ ਲੜਿਆ ਪਹਿਲੀ ਵਾਰੀ ਕਾਫੀ ਸਮੇਂ ਤੋਂ ਬਾਅਦ। ਹੁਣ ਇਸ ਕਰਕੇ ਦੋ ਦਾ ਹੀ ਗੱਲ ਕਰਨੀ ਪੈ ਰਹੀ, ਨਹੀਂ ਤਾਂ ਪਹਿਲਾਂ ਗੱਠਜੋੜ ਦੀ ਉਹ ਗੱਲ ਹੁੰਦੀ ਸੀ। ਉਹ ਸਾਰੀਆਂ ਪਾਸੇ ਰਹਿ ਗਈਆਂ ਅਤੇ ਇੱਕ ਨਵੀਂ ਆਈ ਪਾਰਟੀ ਆਮ ਆਦਮੀ ਪਾਰਟੀ, ਉਹਨੂੰ ਬਹੁਮਤ ਮਿਲ ਗਿਆ। ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਰਾਜਗੱਦੀ 'ਤੇ ਸੁਸ਼ੋਭਿਤ ਕਰ ਦਿੱਤਾ। ਮੈਂ ਹੁਣੇ ਬੇਨਤੀ ਕੀਤੀ, ਇਹ ਜੋ ਤਬਦੀਲੀ ਆਈ, ਇਹ ਜੋ ਪ੍ਰਭਾਵ ਇਹਦਾ ਹੋਏਗਾ, ਉਹਨੂੰ ਬਾਅਦ ਦੇ ਵਿੱਚ ਮੈਂ ਦੂਸਰੀ ਵੀਡੀਓ ਦੇ ਵਿੱਚ ਆਪ ਜੀ ਨਾਲ ਸਾਂਝਾ ਕਰਾਂਗਾ। ਜਿਹੜਾ ਸਿੱਖ ਕੌਮ ਦੇ ਵਿੱਚ ਬੜੀ ਵੱਡੀ ਤਬਦੀਲੀ ਆਈ, ਉਹਦੇ ਬਾਰੇ ਅੱਜ ਮੈਂ ਗੱਲ ਕਰਨਾ ਚਾਹੁੰਦਾ ਕਿ ਪ੍ਰਕਾਸ਼ ਸਿੰਘ ਬਾਦਲ ਦਾ ਦਲ ਹਾਰ ਗਿਆ। ਸ਼ਾਇਦ ਕਿਸੇ ਨੂੰ ਕੋਈ ਹੈਰਾਨਗੀ ਹੋਈ ਹੋਵੇ ਕਿ ਇਤਨੀ ਪੁਰਾਣੀ ਲੀਡਰਸ਼ਿਪ, ਇੰਨਾ ਹੰਢਿਆ ਹੋਇਆ ਲੀਡਰ, ਉਹਦੀ ਪਾਰਟੀ ਇੰਨੀ ਰੂਟਸ ਜਿਹੜੀਆਂ ਘਰ ਘਰ ਤੱਕ ਪਹੁੰਚੀਆਂ ਹੋਈਆਂ ਸੀ, ਪਿੰਡ ਪਿੰਡ ਤੱਕ ਪਹੁੰਚੀਆਂ ਹੋਈਆਂ ਸੀ, ਉਹ ਕਿਵੇਂ ਹਾਰ ਗਈ। ਮੈਨੂੰ ਕੋਈ ਹੈਰਾਨਗੀ ਨਹੀਂ ਹੋਈ। ਮੈਨੂੰ ਤਾਂ ਇਹ ਹੈਰਾਨਗੀ ਹੋ ਰਹੀ ਸੀ ਕਿ ਇਹ ਦਿਨ ਆਉਣ ਦੇ ਵਿੱਚ ਇੰਨੀ ਦੇਰ ਕਿਵੇਂ ਲੱਗ ਰਹੀ ਸੀ। ਸ਼ਾਇਦ ਮੂਲ ਕਾਰਨ ਇਹ ਸੀ ਕਿ ਕੋਈ ਬਦਲ ਨਹੀਂ ਸੀ ਮਿਲ ਰਿਹਾ ਕੌਮ ਨੂੰ। ਉਹ ਬਦਲ ਠੀਕ ਮਿਲਿਆ ਜਾਂ ਗਲਤ ਮਿਲਿਆ, ਇਹਦੀ ਗੱਲ ਆਪਾਂ ਅਗਲੀ ਵਾਰੀ ਕਰਾਂਗੇ। ਜਿਸ ਪਾਰਟੀ ਦਾ ਆਧਾਰ ਸਿੱਖੀ ਸੀ, ਉਹਨੇ ਸਿੱਖੀ ਦੀਆਂ ਜੜ੍ਹਾਂ ਹਿਲਾਤੀਆਂ। ਉਸ ਪਾਰਟੀ ਨੇ ਕਿੰਨਾ ਦੇਰ ਕਾਇਮ ਰਹਿਣਾ ਸੀ। ਮੇਰੇ ਸਤਿਗੁਰੂ ਵੀ ਬਾਣੀ ਵਿੱਚ ਬਖਸ਼ਿਸ਼ ਕਰਦੇ ਨੇ, ਸੰਤਾ ਸੇਤੀ ਰੰਗ ਨਾ ਲਾਏ, ਸਾਕਤ ਸੰਗ ਵਿਕਰਮ ਕਮਾਏ, ਦੁਰਲਭ ਦੇਖ ਹੋਈ ਅਭਿਮਾਨੀ, ਜੜ ਆਪਣੀ ਆਪ ਉਪਾੜੀ ਜੀਓ। ਇਹਨਾਂ ਨੇ ਆਪਣੀ ਜੜ ਆਪ ਪੁੱਟੀ ਹੈ। ਜਿਹਦੇ ਉੱਤੇ ਇਹਨਾਂ ਦਾ ਸਾਰਾ ਮਹਿਲ ਖੜਾ ਸੀ, ਉਹਨਾਂ ਜੜ੍ਹਾਂ ਨੂੰ ਪੱਟ ਦਿੱਤਾ ਸਿੱਖੀ ਨੂੰ। ਇਹਨਾਂ ਨੂੰ ਖਿਆਲ ਹੀ ਨਹੀਂ ਆ ਰਿਹਾ ਕਿ ਅਸੀਂ ਆਪਣੀਆਂ ਜੜ੍ਹਾਂ ਹੀ ਪੁੱਟੀ ਜਾ ਰਹੇ ਹਾਂ ਅਤੇ ਸਾਡਾ ਮਹਿਲ ਕਿੱਥੋਂ ਖੜਾ ਰਹੇਗਾ।
ਨੀਹਾਂ ਹੀ ਪੱਟ ਦਿਆਂਗੇ। ਤੇ ਉਹ ਇਸ ਅਭਿਮਾਨ ਦੇ ਵਿੱਚ ਸਨ ਕਿ ਅਸੀਂ ਜਿੱਧਰ ਲਈ ਜਾ ਰਹੇ ਹਾਂ ਕੌਮ ਨੂੰ ਤੁਰੀ ਜਾ ਰਹੀ ਹੈ। ਇੱਕ ਸਮਾਂ ਹੁੰਦਾ ਸੀ ਕੌਮ ਦੇ ਵਿੱਚ ਇੱਕ ਪੰਥਕ ਜਜ਼ਬਾ ਹੁੰਦਾ ਸੀ। ਕੌਮ ਦੇ ਨਾਂ ਦੇ ਉੱਤੇ, ਪੰਥ ਦੇ ਨਾਂ ਦੇ ਉੱਤੇ ਪਤਾ ਨਹੀਂ ਕਿੰਨੇ ਮਰ ਜੀਵੜੇ ਨਿੱਤਰਦੇ ਸਨ। ਪ੍ਰਕਾਸ਼ ਸਿੰਘ ਬਾਦਲ ਜੀ ਨੇ ਸਭ ਤੋਂ ਵੱਡਾ ਕੰਮ ਇਹ ਕੀਤਾ ਜਿਸ ਵੇਲੇ ਸਿੱਖੀ ਦੇ ਉੱਤੇ ਉਹਨਾਂ ਦਾ, ਅਕਾਲੀ ਦਲ 'ਤੇ ਉਹਨਾਂ ਦਾ ਉਭਾਰ ਹੋਇਆ ਕਿ ਕੌਮ ਦੇ ਵਿੱਚੋਂ ਪੰਥਕ ਜਜ਼ਬਾ ਖਤਮ ਕੀਤਾ। ਖਿਮਾ ਕਰਨਾ, ਅੱਜ ਸਿੱਖ ਦੇ ਵਾਸਤੇ ਸਿੱਖੀ ਮੁੱਦਾ ਹੀ ਨਹੀਂ ਹੈ। ਚੋਣਾਂ ਦੇ ਰਿਜ਼ਲਟ ਤੋਂ ਸਾਡੇ ਸਾਹਮਣੇ ਆ ਰਿਹਾ। ਇਹ ਕਿਵੇਂ ਘੁੰਮ ਗਈ ਸਾਰੀ ਫਿਰਕੀ? ਜਦੋਂ ਪ੍ਰਕਾਸ਼ ਸਿੰਘ ਬਾਦਲ ਜਿਵੇਂ ਜਿਵੇਂ ਕਾਬਜ਼ ਹੁੰਦਾ ਗਿਆ ਸਿੱਖੀ 'ਤੇ, ਉਹਨੇ ਪੰਥਕ ਮੁੱਦਿਆਂ ਨੂੰ ਖਤਮ ਕਰਕੇ, ਸਿੱਖੀ ਖਾਲਸਾਈ ਜਜ਼ਬੇ ਨੂੰ ਖਤਮ ਕਰਕੇ ਇਹਨੂੰ ਮੋੜ ਕੇ ਆਰਥਿਕ ਪੱਖ ਵੱਲ ਲੈ ਗਿਆ। ਸੁਭਾਵਕ ਹੈ, ਹਰ ਕੋਈ ਆਦਮੀ ਆਰਥਿਕ ਤੌਰ 'ਤੇ ਮਜ਼ਬੂਤ ਹੋਣਾ ਚਾਹੁੰਦਾ, ਲੇਕਿਨ ਕੀ ਸਿੱਖੀ ਮੁੱਦਿਆਂ ਨੂੰ ਰੱਖ ਕੇ, ਸਿੱਖੀ ਜਜ਼ਬੇ ਨੂੰ ਨਾਲ ਰੱਖ ਕੇ ਆਰਥਿਕ ਵਿਕਾਸ ਨਹੀਂ ਕੀਤਾ ਜਾ ਸਕਦਾ ਸੀ? ਐਸਾ ਨਹੀਂ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰੀਏ, ਸਿੱਖੀ ਵੀ ਪ੍ਰਫੁੱਲਤ ਸੀ ਅਤੇ ਸਭ ਤੋਂ ਵੱਧ ਆਰਥਿਕ ਵਿਕਾਸ ਸੀ ਉਸ ਸਮੇਂ ਦੇ ਉੱਤੇ। ਦੋਨਾਂ ਦਾ ਸੁਮੇਲ ਬਣ ਕੇ ਚੱਲਦਾ ਸੀ। ਲੇਕਿਨ ਇੱਕ ਬੜੇ ਤਰੀਕੇ ਨਾਲ, ਕਿਉਂਕਿ ਸਿੱਖੀ ਨੂੰ ਢਾਲ ਲਾਉਣੀ ਸੀ, ਉਹਨੂੰ ਆਰਥਿਕ ਮੁੱਦਿਆਂ ਵੱਲ ਮੋੜਿਆ ਗਿਆ। ਅਤੇ ਉਹਨਾਂ ਆਰਥਿਕ ਮੁੱਦਿਆਂ ਦਾ ਲਾਭ ਅਗਰ ਹੋਇਆ ਤਾਂ ਸਿਰਫ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨੂੰ ਹੋਇਆ ਜਾਂ ਕੁਝ ਹਿੱਸਾ ਉਹਦੀ ਜੁੰਡਲੀ ਨੂੰ ਹੋਇਆ ਜੋ ਉਹਦੇ ਨਾਲ ਰਲੇ ਹੋਏ ਸਨ। ਮੈਂ ਕੁਝ ਦਿਨ ਪਹਿਲੇ, ਹਫ਼ਤਾ 10 ਦਿਨ ਪਹਿਲੇ ਦੀ ਗੱਲ ਹੈ, ਗਿਆਨੀ ਹਰਪ੍ਰੀਤ ਸਿੰਘ ਜੀ, ਜਿਨ੍ਹਾਂ ਨੂੰ ਜਥੇਦਾਰ ਅਕਾਲ ਤਖਤ ਕਿਹਾ ਜਾਂਦਾ ਹੈ, ਉਹਨਾਂ ਦੀ ਇੱਕ ਵੀਡੀਓ ਸੁਣ ਰਿਹਾ ਸਾਂ। ਬੜਾ ਦੁੱਖ ਮਹਿਸੂਸ ਕਰ ਰਹੇ ਸਨ ਕਿ ਅਕਾਲੀ ਦਲ ਹਾਰ ਗਿਆ। ਗਿਆਨੀ ਹਰਪ੍ਰੀਤ ਸਿੰਘ ਜੀ, ਅਕਾਲੀ ਦਲ ਸੀ ਕਿੱਥੇ? ਇਹ ਤਾਂ ਕਦੋਂ ਦਾ ਪੰਜਾਬੀ ਪਾਰਟੀ ਬਣ ਚੁੱਕਿਆ। ਮੋਗਾ ਕਾਨਫਰੰਸ ਦੇ ਵਿੱਚ ਪੰਜਾਬੀ ਪਾਰਟੀ ਬਣ ਗਈ ਸੀ। ਹੁਣ ਤਾਂ ਸਿਰਫ ਅਕਾਲੀ ਦਲ ਦਾ ਟੈਗ ਲਗਾ ਕੇ, ਲੇਬਲ ਲਗਾ ਕੇ ਸਿੱਖ ਕੌਮ ਨੂੰ ਭਾਵਕ ਤੌਰ 'ਤੇ, ਮਾਨਸਿਕ ਤੌਰ 'ਤੇ ਬਲੈਕਮੇਲ ਕੀਤਾ ਜਾ ਰਿਹਾ ਸੀ। ਅਕਾਲੀ ਦਲ ਤਾਂ ਕਦੋਂ ਦਾ ਖਤਮ ਹੋ ਚੁੱਕਾ ਸੀ। ਤੁਸੀਂ ਕਿਸ ਗੱਲ ਦਾ ਦੁੱਖ ਮਨਾ ਰਹੇ ਹੋ? ਹੁਣ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਗੱਲ ਚੱਲੀ ਹੈ ਅਤੇ ਉਹਨਾਂ ਬਾਰੇ ਇੱਕ ਗੱਲ ਦਾ ਮੈਂ ਹੋਰ ਵੀ ਵਿਚਾਰ ਨਾਲ ਹੀ ਇੱਥੇ ਹੀ ਸਾਂਝਾ ਕਰ ਲਵਾਂ। ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹਾ ਕਿ ਬੜਾ ਦੁਖਦਾਈ ਹੈ ਕਿ ਸਿੱਖ ਕੌਮ ਦੇ ਵਿੱਚ ਜ਼ਾਤ ਪਾਤ ਬਹੁਤ ਵੱਧ ਗਈ ਹੈ, ਅਸੀਂ ਜ਼ਾਤਾਂ ਪਾਤਾਂ 'ਚ ਵੰਡੇ ਗਏ ਹਾਂ। ਗਿਆਨੀ ਹਰਪ੍ਰੀਤ ਸਿੰਘ ਜੀ, ਜ਼ਰਾ ਧਿਆਨ ਨਾਲ ਝਾਤੀ ਮਾਰ ਕੇ ਵੇਖੋ, 1920 'ਚ ਅਕਾਲੀ ਦਲ ਜਦੋਂ ਬਣਿਆ, ਜਥੇਦਾਰ ਸਰਮੁਖ ਸਿੰਘ ਝਬਾਲ ਪਹਿਲੇ ਪ੍ਰਧਾਨ ਬਣੇ, ਉਹਨਾਂ ਤੋਂ ਬਾਅਦ ਬਾਬਾ ਖੜਕ ਸਿੰਘ ਬਣੇ। ਉਹਨਾਂ ਤੋਂ ਲੈ ਕੇ ਮਾਸਟਰ ਤਾਰਾ ਸਿੰਘ ਤੱਕ ਆ ਜਾਓ, ਕਿੱਥੇ ਸੀ ਜ਼ਾਤ ਪਾਤ? ਕੌਣ ਜਾਣਦਾ ਮਾਸਟਰ ਤਾਰਾ ਸਿੰਘ ਕਿਹੜੀ ਜ਼ਾਤ ਦੇ ਸਨ, ਕਿਹੜੀ ਕੌਮ ਦੇ ਸਨ? ਵਾਹਿਦ ਲੀਡਰ ਸਨ ਕੌਮ ਦੇ। ਜ਼ਾਤ ਪਾਤ ਦਾ ਉਭਾਰ ਤਾਂ ਸ਼ੁਰੂ ਪ੍ਰਕਾਸ਼ ਸਿੰਘ ਬਾਦਲ ਤੋਂ ਹੋਇਆ। ਇਹਨੇ ਲਿਆਂਦੇ ਉਹ ਲੀਡਰ ਜਿਨ੍ਹਾਂ ਦੇ ਨਾਲ ਜ਼ਾਤ ਪਾਤ ਦੇ ਵਿੱਚ ਵੰਡਿਆ ਜਾ ਸਕੇ ਕੌਮ ਨੂੰ, ਤਾਂ ਕਿ ਇਹਦਾ ਰਾਜ ਸਥਾਪਿਤ ਹੋ ਸਕੇ। ਸਿੱਖ ਕੌਮ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਨੇ ਜੋ ਜ਼ਾਤ ਪਾਤ ਦੀਆਂ ਦੀਵਾਰਾਂ ਢਾਈਆਂ ਸੀ, ਉਹਨਾਂ ਨੂੰ ਦੁਬਾਰਾ ਖੜਾ ਕਰਾਉਣ ਵਾਲਾ ਪ੍ਰਕਾਸ਼ ਸਿੰਘ ਬਾਦਲ ਹੈ। ਤੁਸੀਂ ਜਿਸ ਜ਼ਾਤ ਪਾਤ ਦੀ ਗੱਲ ਕਰ ਰਹੇ ਹੋ, ਇੰਨਾ ਹੀ ਨਹੀਂ, ਅੱਜ ਜੋ ਪਤਿਤਪੁਣਾ ਕੌਮ ਦੇ ਵਿੱਚ ਫੈਲਿਆ ਹੋਇਆ, ਤੁਸੀਂ ਕੀ ਸਮਝਦੇ? ਐਵੇਂ ਹੀ ਫੈਲ ਗਿਆ, ਆਪੇ ਹੀ ਫੈਲ ਗਿਆ।
ਹੁਣ ਕਈ ਕਹਿਣਗੇ ਜੀ ਇਹਦੇ ਵਾਸਤੇ ਵੀ ਤੁਸੀਂ ਪ੍ਰਕਾਸ਼ ਸਿੰਘ ਬਾਦਲ ਨੂੰ ਗੁਨਾਹਗਾਰ ਠਹਿਰਾਉਣਾ ਚਾਹੁੰਦੇ ਹੋ। ਜੀ ਹਾਂ, ਮੈਂ ਅਕਾਲੀ ਦਲ ਨੂੰ ਗੁਨਾਹਗਾਰ ਠਹਿਰਾਉਣਾ ਚਾਹੁੰਦਾ, ਕਿਉਂਕਿ ਇੱਕ ਤਾਂ ਲਗਾਤਾਰ ਸ਼੍ਰੋਮਣੀ ਕਮੇਟੀ ਦੇ ਉੱਤੇ ਇਹਨਾਂ ਦਾ ਹੀ ਕਬਜ਼ਾ ਰਿਹਾ। ਸ਼੍ਰੋਮਣੀ ਕਮੇਟੀ ਦਾ ਕੰਮ ਸੀ ਸਿੱਖੀ ਦੇ ਪ੍ਰਚਾਰ ਨੂੰ ਸੰਭਾਲਣਾ, ਕੌਮ ਦੇ ਵਿੱਚ ਆ ਰਹੇ ਨਿਘਾਰ ਨੂੰ ਰੋਕਣਾ। ਜੇ ਉਹ ਇਹਦੇ ਵਿੱਚ ਫੇਲ ਹੋਈ ਹੈ ਤਾਂ ਉਹਦੇ ਵਾਸਤੇ ਜ਼ਿੰਮੇਵਾਰ ਅਕਾਲੀ ਦਲ ਪ੍ਰਕਾਸ਼ ਸਿੰਘ ਬਾਦਲ ਹੈ। ਇੰਨਾ ਹੀ ਨਹੀਂ, ਅਕਾਲੀ ਲੀਡਰਾਂ ਨੇ ਸਿੱਖੀ ਬਾਣਾ ਪਾ ਕੇ ਉਹ ਕਰਮ ਕੀਤੇ, ਉਹ ਪਾਪ ਕੀਤੇ ਕਿ ਸਿੱਖਾਂ ਦਾ ਹੀ ਸਿੱਖੀ ਇਸ ਸਰੂਪ ਤੋਂ ਵਿਸ਼ਵਾਸ ਉੱਠ ਗਿਆ। ਇੱਕ ਸਮਾਂ ਸੀ ਕੋਈ ਸਿੱਖ ਗੱਲ ਕਹਿ ਦੇਵੇ ਤੇ ਦੁਨੀਆ ਕਹਿੰਦੀ ਸੀ ਕਿ ਸਿੱਖ ਕਹਿ ਰਿਹਾ, ਇੱਕ ਅੰਮ੍ਰਿਤਧਾਰੀ ਸਿੰਘ ਕਹਿ ਰਿਹਾ, ਇਹਦੀ ਗੱਲ 'ਤੇ ਸ਼ੱਕ ਨਹੀਂ ਕੀਤਾ ਜਾ ਸਕਦਾ, ਇਹ ਸੱਚ ਹੋਏਗੀ। ਸਿੱਖ ਦੇ ਆਚਰਨ 'ਤੇ ਮਾਣ ਕੀਤਾ ਜਾਂਦਾ ਸੀ, ਸਿੱਖ ਦੇ ਕਿਰਦਾਰ 'ਤੇ ਮਾਣ ਕੀਤਾ ਜਾਂਦਾ ਸੀ। ਇਹਨਾਂ ਨੇ ਉਸੇ ਸਿੱਖੀ ਸਰੂਪ ਦੇ ਵਿੱਚ ਰਹਿ ਕੇ ਉਹ ਪਾਪ ਕੀਤੇ ਕਿ ਲੋਕਾਂ ਦਾ, ਸਿੱਖ ਕੌਮ ਦਾ, ਸਿੱਖ ਨੌਜਵਾਨੀ ਦਾ, ਆਉਣ ਵਾਲੇ ਪੀੜ੍ਹੀ ਦਾ ਸਰੂਪ ਤੋਂ ਵਿਸ਼ਵਾਸ ਉੱਠਣਾ ਸ਼ੁਰੂ ਹੋ ਗਿਆ। ਅੱਜ ਇਹ ਨਤੀਜਾ। ਮੈਨੂੰ ਇੱਕ ਗੱਲ ਧਿਆਨ 'ਚ ਆਉਂਦੀ ਹੈ, ਜ਼ਿਕਰਦਾਰ ਨਾਲ ਸਾਂਝੀ ਕਰਾਂ। ਮੇਰੇ ਇੱਕ ਬੜੇ ਨੇੜੇ ਦੇ ਮਿੱਤਰ, ਜਦੋਂ ਪ੍ਰਕਾਸ਼ ਸਿੰਘ ਬਾਦਲ ਜੀ ਮੁੱਖ ਮੰਤਰੀ ਸਨ ਅਤੇ ਕਿਸੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਉਹਨਾਂ ਦੇ ਬਹੁਤ ਨੇੜੇ ਬੈਠਣ ਦਾ ਮੌਕਾ ਮਿਲ ਗਿਆ। ਉਸ ਪ੍ਰੋਗਰਾਮ ਨੂੰ ਔਰਗੇਨਾਈਜ਼ ਹੀ ਉਹ ਕਰ ਰਹੇ ਸਨ ਅਤੇ ਉਹ ਆ ਕੇ ਮੈਨੂੰ ਦੱਸਣ ਲੱਗੇ, ਕਹਿੰਦੇ ਜੀ ਮੈਂ ਉੱਥੇ ਬੈਠਾ ਹੋਇਆ ਅਤੇ ਲੋਕ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਮਿਲਣ ਵਾਸਤੇ ਆਉਣ ਅਤੇ ਉਹਨਾਂ ਨੂੰ ਨਾ ਉਹਨਾਂ ਦੇ ਸਿਰ 'ਤੇ ਕੇਸ, ਨਾ ਪੱਗ, ਨਾ ਮੂੰਹ 'ਤੇ ਦਾੜ੍ਹੀ, ਅਤੇ ਬਾਦਲ ਸਾਹਿਬ ਕਰਨ, ਆਓ ਜੀ ਸਰਦਾਰ ਸਾਹਿਬ ਆਓ, ਆਓ ਜੀ ਸਰਦਾਰ ਸਾਹਿਬ ਆਓ, ਜੀ ਆਇਆਂ ਨੂੰ। ਕਹਿੰਦੇ ਮੈਂ ਸੋਚੀ ਪੈ ਗਿਆ, ਮੈਂ ਆਪਣੇ ਚਿਹਰੇ ਵੱਲ ਧਿਆਨ ਕਰਨ ਲੱਗ ਪਿਆ ਕਿ ਜੇ ਇਹ ਸਰਦਾਰ ਸਾਹਿਬ ਨੇ ਤਾਂ ਮੈਂ ਕੌਣ ਹਾਂ। ਆਹ ਤਰੀਕਾ ਹੁੰਦਾ ਪਤਤ ਪੁਣੇ ਨੂੰ ਪ੍ਰਫੁੱਲਤ ਕਰਨ ਦਾ। ਉਹਨੂੰ ਪ੍ਰਵਾਨ ਕਰ ਲਓ, ਉਹਨੂੰ ਮਾਣ ਦਿਓ। ਐਵੇਂ ਨਹੀਂ ਸਿੱਖੀ ਇੱਥੇ ਪਹੁੰਚ ਗਈ। ਅੱਜ ਹਾਲਾਤ ਇਹ ਬਣ ਗਏ ਨੇ ਕਿ ਕੋਈ ਵੀ ਸਿਆਸੀ ਆਗੂ ਇਹਦੇ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ, ਕਿਉਂਕਿ ਉਹ ਸੋਚਦਾ ਕਿ ਜੇ ਮੈਂ ਇਹਦੇ ਬਾਰੇ ਗੱਲ ਕਰਾਂਗਾ ਮੇਰੇ ਨਾਲੋਂ ਬਹੁਤ ਗਿਣਤੀ ਪੰਜਾਬ ਦੇ ਸਿੱਖ ਟੁੱਟ ਜਾਣਗੇ। ਸਿੱਖੀ ਜਿਹੜੇ ਪਤਿਤ ਵੀਰ ਨੇ ਉਹ ਇਸ ਗੱਲ ਨੂੰ ਆਪਣੀ ਇਨਸਲਟ ਮਹਿਸੂਸ ਕਰਨਗੇ ਕਿ ਸਾਡੇ ਬਾਰੇ ਇਸ ਤਰ੍ਹਾਂ ਗੱਲ ਕੀਤੀ ਜਾ ਰਹੀ ਹੈ। ਇਹਦੇ ਬਾਰੇ ਕੋਈ ਗੱਲ ਹੀ ਨਹੀਂ ਕਰਨਾ ਚਾਹੁੰਦਾ, ਪਰ ਗੱਲ ਤਾਂ ਕਰਨੀ ਪਵੇਗੀ ਨਾ। ਗੱਲ ਕੀਤੇ ਬਗੈਰ ਤਾਂ ਨਹੀਂ ਰਿਹਾ ਜਾ ਸਕਦਾ। ਅੱਜ ਬੜਾ ਕਿਹਾ ਜਾ ਰਿਹਾ ਜੀ ਕਿ ਅਕਾਲੀ ਦਲ ਨਹੀਂ ਖਤਮ ਹੋਇਆ, ਅਕਾਲੀ ਬਾਦਲ ਪਰਿਵਾਰ ਖਤਮ ਹੋਇਆ। ਮੈਂ ਹੁਣੇ ਬੇਨਤੀ ਕੀਤੀ, ਅਕਾਲੀ ਦਲ ਤਾਂ ਪੰਜਾਬੀ ਪਾਰਟੀ ਬਣਨ ਦੇ ਨਾਲ ਖਤਮ ਹੋ ਗਿਆ ਸੀ। ਔਰ ਇਹ ਜੋ ਕੋਸ਼ਿਸ਼ ਹੋ ਰਹੀ ਹੈ ਕਿ ਜੀ ਬਾਦਲ ਪਰਿਵਾਰ ਨੂੰ ਪਾਸੇ ਕਰ ਦਿਓ ਅਤੇ ਅਕਾਲੀ ਦਲ ਨੂੰ ਮੁੜ ਕੇ ਰਿਵਾਈਵ ਕਰੋ, ਕੀ ਤੁਸੀਂ ਸਮਝਦੇ ਹੋ ਕਿ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨੂੰ ਲਾਂਭੇ ਕੀਤਾ ਜਾ ਸਕਦਾ? ਜਿਹੜੇ ਉਹਨਾਂ ਦੇ ਨਾਲ ਰਲ ਕੇ ਅੱਜ ਤੱਕ ਲੁੱਟਾਂ ਕਰਦੇ ਰਹੇ ਨੇ, ਕੌਮ ਨੂੰ ਲੁੱਟਦੇ ਰਹੇ ਨੇ, ਅੱਜ ਉਹ ਐਡੇ ਸੌਖੇ ਉਹਨਾਂ ਨੂੰ ਛੱਡ ਦੇਣਗੇ? ਅਤੇ ਜਿੰਨਾ ਛੱਡਿਆ ਉਹ ਕਿੱਥੇ ਗਏ? ਸੁਖਦੇਵ ਸਿੰਘ ਢੀਂਡਸਾ ਜੀ ਨੇ ਪਾਰਟੀ ਬਣਾਈ ਸੰਯੁਕਤ ਅਕਾਲੀ ਦਲ, ਅਤੇ ਸਾਂਝ ਕਿਹਨਾਂ ਨਾਲ ਪਾਈ? ਜਿਨ੍ਹਾਂ ਨਾਲ ਸਾਂਝ ਪਾ ਕੇ ਪ੍ਰਕਾਸ਼ ਸਿੰਘ ਬਾਦਲ ਨੇ ਸਿੱਖੀ ਦੇ ਨਾਸ ਕੀਤਾ, ਬਰਬਾਦ ਕੀਤੀ ਸਿੱਖੀ, ਉਹਨਾਂ ਨਾਲ ਹੀ ਸਾਂਝ ਉਹਨਾਂ ਨੇ ਜਾ ਕੇ ਪਾਈ। ਫਿਰ ਮੈਨੂੰ ਹੈਰਾਨਗੀ ਹੁੰਦੀ ਹੈ, ਅਮਰਿੰਦਰ ਸਿੰਘ, ਕੈਪਟਨ ਅਮਰਿੰਦਰ ਸਿੰਘ ਜੀ 1984 ਦੇ ਵਿੱਚ ਜਦੋਂ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਸੀ, ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਸੀ। ਉਹਦੇ ਬਾਅਦ ਜਿਨ੍ਹਾਂ ਲੋਕਾਂ ਨੇ ਅਸਤੀਫੇ ਦਿੱਤੇ ਸਨ ਉਹਨਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਵੀ ਸਨ। ਇਹ ਠੀਕ ਹੈ ਕਿ ਅਕਾਲੀਆਂ ਨਾਲ ਉਹਨਾਂ ਦੀ ਬਹੁਤਾ ਚਿਰ ਨਹੀਂ ਨਿਭੀ ਅਤੇ ਵਾਪਸ ਕਾਂਗਰਸ ਦੇ ਵਿੱਚ ਚਲੇ ਗਏ, ਲੇਕਿਨ ਮੈਂ ਸਮਝਦਾ ਉਹਨਾਂ ਨੂੰ ਜਿਹੜੀ ਰਾਜ ਸੱਤਾ ਪ੍ਰਾਪਤ ਹੋਈ, ਪੰਜਾਬ ਦੇ ਵਿੱਚ ਮੁੱਖ ਮੰਤਰੀ ਦਾ ਅਹੁਦਾ ਮਿਲਿਆ, ਉਹ ਉਹਦਾ ਇਨਾਮ ਸੀ ਜੋ ਉਸ ਵੇਲੇ ਉਹਨਾਂ ਗੁਰੂ ਪ੍ਰਤੀ ਕੁਝ ਵਫਾਦਾਰੀ ਵਿਖਾਉਣ ਦੀ ਕੋਸ਼ਿਸ਼ ਕੀਤੀ ਸੀ। ਪਰ ਅੱਜ ਕਿੱਥੇ ਗਏ ਕੈਪਟਨ ਅਮਰਿੰਦਰ ਸਿੰਘ? ਉਹਨਾਂ ਦੀ ਝੋਲੀ 'ਚ ਪਏ ਔਰ ਗਰਕ ਹੋ ਗਏ। ਪਤਾ ਸੀ ਕਿ ਜਿਹੜਾ ਵੀ ਇਸ ਵੇਲੇ ਉਹਨਾਂ ਦੇ ਨਾਲ ਸਾਂਝ ਪਾਏਗਾ ਉਹਦਾ ਹੀ ਹਸ਼ਰ ਹੋਏਗਾ, ਔਰ ਉਹ ਇਸੇ ਹਸ਼ਰ ਨੂੰ ਡਿਜ਼ਰਵ ਕਰਦੇ ਸਨ।
ਅੱਜ ਜਿਹੜੇ ਕਹਿੰਦੇ ਨੇ ਕਿ ਅਕਾਲੀ ਦਲ ਨੂੰ ਇਹਨਾਂ ਤੋਂ ਮੁਕਤ ਕਰਾ ਕੇ ਮੁੜ ਕੇ ਸੁਰਜੀਤ ਕਰਨਾ ਹੈ, ਪਹਿਲਾਂ ਤਾਂ ਉਹਨਾਂ ਨੇ ਉਹਨਾਂ ਵਿੱਚ ਪੂਰੀ ਆਸਥਾ ਪ੍ਰਗਟ ਕਰ ਦਿੱਤੀ ਹੈ ਕਿ ਸੁਖਬੀਰ ਸਿੰਘ ਬਾਦਲ ਸਾਡੇ ਪ੍ਰਧਾਨ ਨੇ, ਪ੍ਰਕਾਸ਼ ਸਿੰਘ ਬਾਦਲ ਜੀ ਸਾਡੇ ਸਰਪ੍ਰਸਤ ਨੇ, ਉਹਨਾਂ ਤੋਂ ਬਗੈਰ ਤਾਂ ਅਸੀਂ ਜੀ ਨਹੀਂ ਸਕਦੇ। ਅਤੇ ਜੇ ਕਿਤੇ ਉਹਨਾਂ ਨੂੰ ਵਿਲੰਬੇ ਕਰ ਵੀ ਦਿੱਤਾ ਜਾਏ, ਕੋਈ ਐਸਾ ਚਾਰਾ ਬਣ ਜਾਏ, ਅਤੇ ਇਹ ਜਿਹੜੇ ਪੁਰਾਣੇ ਘਾਗ ਬੈਠੇ ਨੇ ਕਿ ਇਹਨਾਂ ਸਾਰਿਆਂ ਨੂੰ ਪਾਸੇ ਕਰ ਦਿਓਗੇ? ਇਹ ਸਾਰੀ ਦੀ ਸਾਰੀ ਨਵੀਂ ਲੀਡਰਸ਼ਿਪ ਆ ਜਾਏਗੀ? ਕੀ ਤੁਸੀਂ ਸਮਝਦੇ ਹੋ ਕਿ ਐਸਾ ਸੰਭਵ ਹੈ? ਜੇ ਨਹੀਂ ਤਾਂ ਕੀ ਇਹ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਤੋਂ ਬਾਅਦ, ਉਹਦੇ ਪਰਿਵਾਰ ਦੇ ਜਾਣ ਤੋਂ ਬਾਅਦ ਦੁੱਧ ਨਾਲ ਧੋਤੇ ਹੋ ਜਾਣਗੇ? ਸਤਿਕਾਰਯੋਗ ਜੀਓ, ਅਕਾਲੀ ਦਲ ਦਾ ਬਦਲ ਅਕਾਲੀ ਦਲ ਨਹੀਂ। ਜੇ ਹੁੰਦਾ ਤਾਂ ਬੜੇ ਅਕਾਲੀ ਦਲ ਹੋਰ ਬਣੇ, 1920 ਅਕਾਲੀ ਦਲ ਬਣਿਆ, ਸੰਯੁਕਤ ਅਕਾਲੀ ਦਲ ਬਣਿਆ, ਅਕਾਲੀ ਦਲ ਅੰਮ੍ਰਿਤਸਰ ਬਣਿਆ, ਫਿਰ ਕੋਈ ਤਬਦੀਲੀ ਆ ਜਾਂਦੀ। ਲੇਕਿਨ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਅੱਜ ਸਿੱਖ ਕੌਮ ਬਿਲਕੁਲ ਲੀਡਰਲੈਸ ਹੈ। ਸਾਨੂੰ ਬਹੁਤ ਗਹਿਰਾਈ ਦੇ ਨਾਲ, ਗੰਭੀਰਤਾ ਦੇ ਨਾਲ ਇਸ ਨੂੰ ਵਿਚਾਰਨ ਦੀ ਲੋੜ ਹੈ। ਮੈਂ ਅੱਜ ਪ੍ਰਮੁੱਖ ਤੌਰ 'ਤੇ ਜੋ ਇਹ ਗੱਲ ਚੱਲ ਰਹੀ ਹੈ ਕਿ ਅਕਾਲੀ ਦਲ ਹੈ, ਅਕਾਲੀ ਦਲ ਸੋਚ ਹੈ, ਮੈਂ ਬੜਾ ਹੈਰਾਨ ਹੋਇਆ ਜਿਸ ਵੇਲੇ ਹਰਪ੍ਰੀਤ ਸਿੰਘ ਜਥੇਦਾਰ ਜੀ ਨੇ ਕਿਹਾ ਕਿ ਅਕਾਲੀ ਦਲ ਇੱਕ ਸੋਚ ਹੈ, ਉਹ ਸੋਚ ਖਤਮ ਨਹੀਂ ਹੋ ਸਕਦੀ। ਸੋਚ ਅਕਾਲੀ ਦਲ ਹੈ ਕਿ ਸੋਚ ਖਾਲਸਾ ਪੰਥ ਹੈ? ਅਕਾਲੀ ਦਲ ਤੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਸੋਚ, ਜਿਸ ਨੂੰ 10 ਗੁਰੂ ਸਾਹਿਬਾਨ ਨੇ ਪ੍ਰਫੁੱਲਤ ਕਰਕੇ ਖਾਲਸਾ ਪੰਥ ਤੱਕ ਪਹੁੰਚਾਇਆ, ਉਸ ਸੋਚ ਦੇ ਵਿੱਚੋਂ ਨਿਕਲੀ ਇੱਕ ਜਥੇਬੰਦੀ ਹੈ। ਉਹ ਜਥੇਬੰਦੀ ਖਤਮ ਹੋ ਸਕਦੀ ਹੈ, ਹੋ ਗਈ, ਹੋਰ ਆ ਜਾਣਗੀਆਂ ਜਥੇਬੰਦੀਆਂ। ਖਾਲਸਾ ਪੰਥ ਦੀ ਸੋਚ ਬਰਕਰਾਰ ਖਾਲਸਾ ਪੰਥ ਦੀ ਰਹਿਣੀ ਚਾਹੀਦੀ ਹੈ। ਜੇ ਉਹ ਸੋਚ ਬਰਕਰਾਰ ਹੈ ਤਾਂ ਪੰਥਕ ਜਥੇਬੰਦੀਆਂ ਦੀ ਘਾਟ ਨਹੀਂ ਆਏਗੀ। ਥੋੜ੍ਹਾ ਜਿਹਾ ਆਪਣੇ ਅੰਦਰ ਸਵੈ ਪੜਚੋਲ ਕਰੀਏ, ਝਾਤੀ ਮਾਰੀਏ, ਕਿੱਥੋਂ ਤੁਰੇ ਸਾਂ, ਕਿੱਥੇ ਪਹੁੰਚ ਗਏ ਹਾਂ। ਅੱਜ ਕੌਮ ਦੀ ਕੀ ਹਾਲਤ ਹੋ ਗਈ, ਕਿਵੇਂ ਅਸੀਂ ਪੰਥਕ ਜਜ਼ਬੇ ਤੋਂ ਹੀ ਸੱਖਣੇ ਹੋਏ ਪਏ ਹਾਂ। ਇਹਨਾਂ ਸਾਰੀਆਂ ਗੱਲਾਂ ਵੱਲ ਥੋੜ੍ਹਾ ਧਿਆਨ ਦਈਏ। ਛੇਤੀ ਹੀ ਕੁਝ ਦਿਨਾਂ ਦੇ ਵਿੱਚ ਇੱਕ ਹੋਰ ਵੀਡੀਓ ਆਪ ਜੀ ਨਾਲ ਸਾਂਝੀ ਕਰਾਂਗਾ, ਹੋਰ ਵਿਚਾਰਾਂ ਆਪ ਜੀ ਨਾਲ ਸਾਂਝੀਆਂ ਕਰਾਂਗਾ, ਜਿਹਦੇ ਵਿੱਚ ਬਦਲੇ ਹਾਲਾਤ ਦੇ ਵਿੱਚ ਜੋ ਪੰਜਾਬ 'ਤੇ ਪ੍ਰਭਾਵ ਪੈਣ ਵਾਲਾ ਹੈ, ਜੋ ਸਿੱਖੀ ਕੌਮ 'ਤੇ ਪ੍ਰਭਾਵ ਪੈਣ ਵਾਲਾ ਹੈ, ਉਸ ਪ੍ਰਭਾਵ ਦੇ ਨਾਲ ਅਸੀਂ ਕਿਵੇਂ ਮੁਕਾਬਲਾ ਕਰਨਾ ਹੈ, ਇਹਦੇ ਬਾਰੇ ਆਪ ਜੀ ਨਾਲ ਸਾਂਝਾ ਪਾਉਣ ਦੀ ਕੋਸ਼ਿਸ਼ ਕਰਾਂਗਾ। ਮੈਂ ਬਹੁਤ ਨਿਮਰਤਾ ਨਾਲ ਬੇਨਤੀ ਕਰਾਂ, ਮੈਂ ਕੋਸ਼ਿਸ਼ ਕੀਤੀ ਆਪਣੇ ਵੱਲੋਂ ਕਿਸੇ ਦੇ ਖਿਲਾਫ ਕੋਈ ਅਪਸ਼ਬਦ ਨਾ ਬੋਲਾਂ, ਲੇਕਿਨ ਕੁਝ ਸੱਚਾਈਆਂ ਨੇ ਔਰ ਸੱਚਾਈ ਕੌੜੀ ਹੁੰਦੀ ਹੈ। ਹੁਣ ਤੁਸੀਂ ਦੇਖੋ, ਸਾਡੇ ਸਤਿਕਾਰਯੋਗ ਅਕਾਲ ਤਖਤ ਸਾਹਿਬ ਦੇ ਕਹੇ ਜਾਂਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸਾਰੀ ਸਿੱਖ ਕੌਮ ਨੂੰ ਬਦਤਮੀਜ਼ ਕਹਿ ਦਿੱਤਾ। ਕਹਿੰਦੇ ਵੀ ਸਿੱਖਾਂ ਵਿੱਚ ਬਦਤਮੀਜ਼ੀ ਬਹੁਤ ਵੱਧ ਗਈ ਹੈ, ਸਾਰੀ ਸਿੱਖ ਕੌਮ ਹੀ ਉਹਦੇ ਵਿੱਚ ਆ ਗਈ। ਮੈਂ ਉਹਨਾਂ ਦਾ ਪ੍ਰਮਾਣ ਦੇ ਕੇ ਮੈਂ ਆਪਣੀ ਸਫਾਈ ਨਹੀਂ ਦੇਣਾ ਚਾਹੁੰਦਾ। ਹਾਂ, ਮੇਰੇ ਕੋਲੋਂ ਕੋਈ ਗੱਲ ਐਸੀ ਨਿਕਲ ਗਈ ਹੋਵੇ ਜਿਸ ਨਾਲ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੋਵੇ, ਕਿਸੇ ਦਾ ਅਪਮਾਨ ਹੋਇਆ ਹੋਵੇ ਔਰ ਉਹ ਸੱਚ ਨਾ ਹੋਵੇ। ਸੱਚ ਤਾਂ ਕੌੜਾ ਹੁੰਦਾ, ਉਹ ਤਾਂ ਸ਼ਾਇਦ ਲੱਗੇਗਾ, ਔਰ ਸੱਚ ਬੋਲਣਾ ਜਿਹੜਾ ਉਹ ਨਾ ਨਿੰਦਾ ਹੁੰਦੀ ਹੈ। ਕਿਉਂਕਿ ਮੇਰੇ ਗੁਰੂ ਨਾਨਕ ਸਾਹਿਬ ਨੇ ਕਹਿਤਾ, ਸੱਚ ਕੀ ਬਾਣੀ ਨਾਨਕ ਆਖਿਆ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਉਹ ਸੱਚ ਦੀ ਉਹ ਸਾਂਝ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਫਿਰ ਵੀ ਕੋਈ ਵੱਧ ਘੱਟ ਗੱਲ ਕਹੀ ਗਈ ਹੋਵੇ, ਕਿਸੇ ਦੇ ਦਿਲ ਨੂੰ ਠੇਸ ਪਹੁੰਚੀ ਹੋਵੇ, ਖਿਮਾ ਦਾ ਜਾਚਕਾ, ਦਾਸ ਦੀਆਂ ਭੁੱਲਾਂ ਬਖਸ਼ਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਬੁਲਾ ਦਿਓ ਜੀ।